Lesson 5th on Giving Advice, written by Joseph Addison, English author, politician, and distinguished classical scholar. ਅੰਗਰੇਜ਼ੀ ਲਿਖਾਰੀ, ਰਾਜਨੀਤਿਕ ਅਤੇ ਇੱਕ ਮਹੱਤਵਪੂਰਨ ਅਤੇ ਵਿਸ਼ੇਸ਼ ਵਿਦਵਾਨ ਜੋਜ਼ਫ ਐਡੀਸਨ is considered one of the finest periodical essayists of the 18th century. ਜੋਜ਼ਫ ਐਡੀਸਨ ਜੋ ਕਿ 18ਵੀਂ ਸਦੀ ਦੇ ਵਧੀਆ ਨਿਬੰਧਕਾਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਹਨ. With his friend Richard Steele, Addison founded The Spectator, a daily magazine. ਆਪਣੇ ਇੱਕ ਮਿੱਤਰ ਰਿਚਰਡ ਸਟੀਲ ਦੇ ਨਾਲ ਮਿਲ ਕੇ ਐਡੀਸਨ ਨੇ ਇੱਕ ਰੋਜ਼ਾਨਾ ਮੈਗਜ਼ੀਨ The Spectator ਨੂੰ ਛਾਪਣਾ ਸ਼ੁਰੂ ਕੀਤਾ. Intended to enliven morality with wit. ਇਸ ਮੈਗਜ਼ੀਨ ਨੂੰ ਕੱਢਣ ਦਾ ਇੱਕ ਉਦੇਸ਼ ਸੀ ਕਿ ਨੈਤਿਕ ਸਿੱਖਿਆ ਨੂੰ ਸਿਆਣਪ ਦੇ ਨਾਲ ਭਾਵ ਸਿਆਣਪ ਵਰਤ ਕੇ ਹੋਰ ਜ਼ਿਆਦਾ ਰੋਚਕ ਬਣਾਉਣਾ. enliven ਹੁੰਦਾ ਹੈ ਹੋਰ ਜ਼ਿਆਦਾ ਰੋਚਕ ਬਣਾਉਣਾ. and to temper wit with morality. ਟੈਂਪਰ ਤੋਂ ਭਾਵ ਹੁੰਦਾ ਮਿਲਾਣਾ, ਮਿਲਾਵਟ ਕਰਨੀ, ਅਤੇ ਮੋਰੈਲਿਟੀ ਦੇ ਵਿੱਚ ਨੈਤਿਕਤਾ ਦੇ ਵਿੱਚ ਸਿਆਣਪ ਦੀ ਮਿਲਾਵਟ ਕਰਨੀ. In this short essay, Addison considers the persuasive power of fables. Persuasive ਹੁੰਦਾ ਪ੍ਰੇਰਨਾਦਾਇਕ, fables ਹੁੰਦਾ ਦੰਤ ਕਥਾਵਾਂ, ਪੁਰਾਣਿਕ ਕਥਾਵਾਂ, ਤੇ consider ਹੁੰਦਾ ਵਿਚਾਰ ਕਰਨਾ. ਸੋ ਇਸ ਛੋਟੇ ਲੇਖ ਵਿੱਚ ਐਡੀਸਨ ਦੰਤ ਕਥਾਵਾਂ ਦੀ, ਪੁਰਾਣਿਕ ਕਥਾਵਾਂ ਦੀ ਪ੍ਰੇਰਨਾਦਾਇਕ ਸ਼ਕਤੀ ਉੱਤੇ ਵਿਚਾਰ ਕਰਦਾ ਹੈ. Such narratives, he says, are effective ways of giving advice because readers are left to imagine that they are counseling themselves. Narratives ਹੁੰਦਾ ਛੋਟੀਆਂ ਕਥਾਵਾਂ ਕਿ ਅਜਿਹੀਆਂ ਲਘੂ ਕਥਾਵਾਂ, ਛੋਟੀਆਂ ਕਥਾਵਾਂ ਪਾਠਕਾਂ ਨੂੰ ਸਲਾਹ ਦੇਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਮਾਧਿਅਮ ਹਨ, ਕਿਉਂਕਿ ਇਸ ਤਰ੍ਹਾਂ ਦੀਆਂ ਲਘੂ ਕਥਾਵਾਂ ਪਾਠਕਾਂ ਨੂੰ ਆਪਣੀ ਹੀ ਸਵੈ ਪੜਚੋਲ ਕਰਨ ਲਈ ਛੱਡ ਦਿੰਦੀਆਂ ਹਨ. Let's start the essay. There is nothing which we receive with so much reluctance as advice. ਦੁਨੀਆ ਵਿੱਚ ਇਹੋ ਜਿਹੀ ਹੋਰ ਕੋਈ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਬਹੁਤ ਹਿਚਕਿਚਾਹਟ ਨਾਲ ਹਾਸਲ ਕਰਦੇ ਹੋਈਏ, ਉਹ ਹੈ ਸਲਾਹ ਲੈਣੀ ਕਿਸੇ ਕੋਲੋਂ. We look upon the man who gives it to us. ਅਸੀਂ ਉਸ ਵਿਅਕਤੀ ਵੱਲ ਇਸ ਤਰ੍ਹਾਂ ਦੇਖਦੇ ਹਾਂ ਜੋ ਸਾਨੂੰ ਇਹ ਸਲਾਹ ਦਿੰਦਾ ਹੈ, as offering an affront to our understanding, ਕਿ ਉਸ ਨੇ ਸਾਡੀ ਸਮਝ ਬੂਝ ਦਾ ਅਪਮਾਨ ਕੀਤਾ ਹੈ, and treating us like children or idiots. ਅਤੇ ਸਲਾਹ ਦੇਣ ਵਾਲਾ ਸਾਨੂੰ ਏਦਾਂ ਲੱਗਦਾ ਹੈ ਕਿ ਜਿੱਦਾਂ ਉਹ ਸਾਨੂੰ ਬੱਚੇ ਜਾਂ ਬੁੱਧੂ ਸਮਝ ਰਿਹਾ ਹੋਵੇ. We consider the instruction as an implicit censure. ਅਸੀਂ ਕਿਸੇ ਦੁਆਰਾ ਦਿੱਤੀ ਗਈ ਸਲਾਹ ਨੂੰ ਆਪਣੀ ਪੂਰੀ ਤਰ੍ਹਾਂ ਹੋਈ ਨਿੰਦਾ ਸਮਝਦੇ ਹਾਂ, and the zeal which anyone shows for our good on such an occasion as a piece of arrogance or impertinence. ਤੇ ਜਦੋਂ ਕੋਈ ਕਿਸੇ ਦੀ ਭਲਾਈ ਲਈ ਕਿਸੇ ਨੂੰ ਸਲਾਹ ਦੇਣ ਦੇ ਮੌਕੇ ਬਹੁਤ ਜ਼ਿਆਦਾ ਜੋਸ਼ ਦਿਖਾਉਂਦਾ ਹੈ ਤਾਂ ਉਸ ਦੁਆਰਾ ਦਿਖਾਏ ਗਏ ਇਸ ਜੋਸ਼ ਨੂੰ ਲਾਪਰਵਾਹੀ ਅਤੇ ਅਸ਼ਿਸ਼ਟਤਾ ਹੀ ਸਮਝਿਆ ਜਾਂਦਾ ਹੈ. The truth of it is the person who pretends to advise does in that particular exercise a superiority over us. ਕਿ ਇਸ ਪਿੱਛੇ ਸੱਚਾਈ ਤਾਂ ਇਹ ਹੈ ਕਿ ਜੋ ਵਿਅਕਤੀ ਇਹ ਬਹਾਨਾ ਕਰਦਾ ਹੈ ਕਿ ਮੈਂ ਤੈਨੂੰ ਸਲਾਹ ਦਿੰਦਾ ਪਿਆ ਹਾਂ, ਉਹ ਸਾਡੇ ਉੱਤੇ ਆਪਣੀ ਉੱਚਤਾ ਦਾ ਦਿਖਾਵਾ ਕਰ ਰਿਹਾ ਹੁੰਦਾ ਹੈ ਕਿ ਉਹ ਸਾਡੇ ਤੋਂ ਉੱਚਤਮ ਹੈ. He can have no other reason for it. ਉਸ ਦਾ ਇਸ ਤੋਂ ਬਿਨਾਂ ਹੋਰ ਕੋਈ ਵੀ ਕਾਰਨ ਨਹੀਂ ਹੋ ਸਕਦਾ. But that in comparing us with himself, ਪਰ ਇਸ ਵਿੱਚ ਜਦੋਂ ਉਹ ਆਪਣੇ ਆਪ ਨੂੰ ਸਾਡੇ ਨਾਲ ਕੰਪੇਅਰ ਕਰਦਾ ਹੈ, ਮਿਲਾਨ ਕਰਦਾ ਹੈ, he thinks us defective. ਉਹ ਸਾਨੂੰ ਦੋਸ਼ਪੂਰਨ ਸਮਝਦਾ ਹੈ, either in our conduct or our understanding. ਉਹ ਸਮਝਦਾ ਹੈ ਕਿ ਇਹ ਬੰਦੇ ਮੇਰੇ ਕੋਲ ਐਡਵਾਈਸ ਤਾਂ ਲੈ ਰਹੇ ਹਨ ਜਾਂ ਤਾਂ ਇਹਨਾਂ ਦੇ ਵਿਵਹਾਰ ਵਿੱਚ ਕੋਈ ਦੋਸ਼ ਹੈ ਤੇ ਜਾਂ ਇਹਨਾਂ ਦੀ ਸਮਝ ਦੇ ਵਿੱਚ ਕੋਈ ਦੋਸ਼ ਹੈ. For these reasons, there is nothing so difficult as the art of making advice agreeable. ਸੋ ਇਹਨਾਂ ਕਾਰਨਾਂ ਕਰਕੇ ਇਸ ਚੀਜ਼ ਤੋਂ ਔਖਾ ਹੋਰ ਕੋਈ ਕੰਮ ਨਹੀਂ ਹੈ ਕਿ ਆਪਣੀ ਦਿੱਤੀ ਹੋਈ ਸਲਾਹ ਨੂੰ ਸਾਰਿਆਂ ਦੀ ਸਹਿਮਤੀ ਦਿਵਾਉਣਾ. And indeed all the writers, ਅਤੇ ਯਕੀਨਨ ਸਾਰੇ ਲੇਖਕ, both ancient and modern, ਦੋਨੋਂ
ਪੁਰਾਤਨ ਅਤੇ ਨਵੀਨਤਮ have distinguished themselves among one another ਸਾਰੇ ਹੀ ਇੱਕ ਦੂਜੇ ਤੋਂ ਭਿੰਨ ਸਨ according to the perfection at which they have arrived in this art ਸੋ ਉਹ ਕਿਹੜੇ ਆਧਾਰ ਤੇ ਇੱਕ ਦੂਜੇ ਤੋਂ ਅਲੱਗ ਸਨ ਉਹ ਲੋਕਾਂ ਨੂੰ ਆਪਣੀ ਗੱਲ ਮਨਵਾਉਣ ਦੀ ਜੋ ਆਰਟ ਸੀ ਉਸ ਆਰਟ ਦੀ ਪਰਫੈਕਸ਼ਨ ਦੇ ਰੂਪ ਵਿੱਚ ਉਹ ਇੱਕ ਦੂਜੇ ਤੋਂ ਅੱਡ ਸਨ ਹਾਊ ਮੈਨੀ ਡਿਵਾਈਸਿਸ ਹੈਵ ਬੀਨ ਮੇਡ ਯੂਜ਼ ਆਫ ਕਿ ਇਹੋ ਜਿਹੀਆਂ ਕਿੰਨੀਆਂ ਡਿਵਾਈਸਿਸ ਕਿੰਨੇ ਉਪਕਰਨ ਬਣੇ ਹਨ ਜਿਨ੍ਹਾਂ ਦਾ ਕਿ ਉਪਯੋਗ ਹੁੰਦਾ ਹੈ to render this bitter potion palatable potion ਹੁੰਦਾ ਪੀਣ ਵਾਲੀ ਦਵਾਈ bitter potion ਯਾਨੀ ਪੀਣ ਵਾਲੀ ਕੌੜੀ ਦਵਾਈ palatable ਯਾਨੀ ਪੀਣ ਯੋਗ ਸੇਵਨ ਯੋਗ ਕਿਸੇ ਨੂੰ ਪ੍ਰੈਜ਼ੈਂਟ ਕਰਨ ਦੇ ਯੋਗ ਇਹੋ ਜਿਹੇ ਕਿੰਨੇ ਕੁ ਉਪਕਰਨ ਬਣੇ ਹਨ ਜਿਨ੍ਹਾਂ ਦਾ ਉਪਯੋਗ ਹੁੰਦਾ ਹੈ ਕਿਸੇ ਲਈ ਕਿ ਇਹੋ ਜੀ ਕੌੜੀ ਦਵਾਈ ਨੂੰ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟੇਬਲ ਬਣਾਉਣ ਦਾ ਤਾਂ ਕਿ ਲੋਕੀ ਇਸ ਕੌੜੀ ਦਵਾਈ ਨੂੰ ਬਿਨਾਂ ਕਿਸੇ ਹਿਚਕਿਚਾਹਟ ਦੇ ਪੀ ਸਕਣ ਸੋ ਕਿਹੜੀ ਕੌੜੀ ਦਵਾਈ ਕਿਸੇ ਨੂੰ ਐਡਵਾਈਸ ਦੇਣ ਦੀ ਕਿਸੇ ਨੂੰ ਸਲਾਹ ਦੇਣ ਦੀ ਕਿ ਸਲਾਹ ਕਿਸੇ ਨੂੰ ਦਈਏ ਤੇ ਅਗਲਾ ਬੁਰਾ ਨਾ ਮੰਨੇ ਉਹਦੇ ਅੰਦਰ ਜਿਹੜੀ ਸੈਲਫ ਰਿਸਪੈਕਟ ਹੈ ਉਹ ਹਰਟ ਨਾ ਹੋਵੇ ਠੀਕ ਹੈ ਉਹਦਾ ਦਿਲ ਨਾ ਦੁਖੇ ਸੋ ਇਹੋ ਜੀ ਕੌੜੀ ਦਵਾਈ ਕਿਸ ਤਰ੍ਹਾਂ ਪੀਣ ਯੋਗ ਬਣਾਈਏ some convey their instructions to us in the best chosen words ਕੁਝ ਕੁ ਲੋਕ ਸਾਨੂੰ ਆਪਣੀਆਂ ਹਦਾਇਤਾਂ ਦਿੰਦੇ ਹਨ ਬੜੇ ਹੀ ਢੁਕਵੇਂ ਸ਼ਬਦਾਂ ਦੇ ਨਾਲ ਅਦਰਸ ਇਨ ਦਾ ਮੋਸਟ ਹਾਰਮੋਨੀਅਸ ਨੰਬਰਸ ਕਿ ਕੁਝ ਲੋਕ ਬੜੀਆਂ ਉਦਾਹਰਨਾਂ ਦੇ ਕੇ ਤੇ ਉਹਦੇ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਕਰਕੇ ਯਾਨੀ ਹਾਰਮਨੀ ਪੈਦਾ ਕਰਕੇ ਸਾਡੀ ਗੱਲ ਦੇ ਨਾਲ ਸਾਨੂੰ ਸਲਾਹ ਦਿੰਦੇ ਹਨ ਸਮ ਇਨ ਦਾ ਪੁਆਇੰਟਸ ਆਫ ਵਿਟ ਕੁਝ ਸਾਨੂੰ ਆਪਣੀ ਸਿਆਣਪ ਦੇ ਆਧਾਰ ਤੇ ਸਾਨੂੰ ਸਲਾਹ ਦਿੰਦੇ ਹਨ ਐਂਡ ਅਦਰਸ ਇਨ ਸ਼ਾਰਟ ਪ੍ਰੋਵਰਬਸ ਅਤੇ ਕੁਝ ਸਾਨੂੰ ਛੋਟੀਆਂ-ਛੋਟੀਆਂ ਕਹਾਵਤਾਂ ਸੁਣਾ ਕੇ ਸਲਾਹਾਂ ਦਿੰਦੇ ਹਨ ਬਟ ਅਮੰਗ ਆਲ the different ways of giving counsel ਪਰ ਇਹਨਾਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਹਦਾਇਤਾਂ ਦੇ ਵਿੱਚ I think the finest and that which pleases the most universally is fable ਮੇਰੇ ਖਿਆਲ ਵਿੱਚ ਇਹਨਾਂ ਸਾਰੀਆਂ ਸਿੱਖਿਆਵਾਂ ਵਿੱਚ ਜੋ ਸਭ ਤੋਂ ਵਿਆਪਕ ਸਲਾਹ ਦੇਣ ਦਾ ਖੁਸ਼ਨੁਮਾ ਤਰੀਕਾ ਹੈ ਉਹ ਹੈ ਦੰਤ ਕਥਾਵਾਂ ਦੇ ਨਾਲ ਭਾਵ ਪੁਰਾਣੀਆਂ ਪੌਰਾਣਿਕ ਕਥਾਵਾਂ ਦੇ ਨਾਲ ਅਸੀਂ ਜੇ ਕਿਸੇ ਨੂੰ ਸਮਝਾਈਏ ਮਿਨੀ ਸਟੋਰੀਜ਼ ਦੇ ਨਾਲ ਕੁਝ ਸਮਝਾਈਏ ਤਾਂ ਉਹਨੂੰ ਜ਼ਿਆਦਾ ਵਧੀਆ ਸਮਝ ਆਉਂਦੀ ਹੈ ਇਨ ਵਟਸੋਐਵਰ ਸ਼ੇਪ ਇਟ ਅਪੀਅਰਸ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਸ਼ੇਪ ਵਿੱਚ ਸਾਡੇ ਸਾਹਮਣੇ ਆਣ ਇਫ ਵੀ ਕੰਸੀਡਰ ਦਿਸ ਵੇ ਆਫ ਇਨਸਟਰਕਟਿੰਗ ਔਰ ਗਿਵਿੰਗ ਐਡਵਾਈਸ ਜੇ ਅਸੀਂ ਕਿਸੇ ਨੂੰ ਸਲਾਹ ਦੇਣ ਦੇ ਇਸ ਤਰੀਕੇ ਤੇ ਗੌਰ ਕਰੀਏ ਇਟ ਐਕਸੈਲਸ ਆਲ ਅਦਰਸ ਤਾਂ ਇਹ ਤਰੀਕਾ ਸਾਰਿਆਂ ਤੋਂ ਮੋਹਰੀ ਬਣਦਾ ਹੈ ਬਿਕੋਜ਼ ਇਟ ਇਜ਼ ਦ ਲੀਸਟ ਸ਼ੌਕਿੰਗ ਕਿਉਂਕਿ ਇਹ ਸਭ ਤੋਂ ਘੱਟ ਝਟਕੇ ਦੇਣ ਵਾਲਾ ਹੈ ਐਂਡ ਦ ਲੀਸਟ ਸਬਜੈਕਟ ਟੂ ਦੋਜ਼ ਐਕਸੈਪਸ਼ਨਸ ਵਿਚ ਆਈ ਹੈਵ ਬਿਫੋਰ ਮੈਂਸ਼ਨਡ ਅਤੇ ਜਿਹੜੀਆਂ ਸਲਾਹ ਦੇਣ ਵੇਲੇ ਪੈਦਾ ਹੋਣ ਵਾਲੀਆਂ ਨੈਗੇਟਿਵ ਸੰਭਾਵਨਾਵਾਂ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਉਹ ਸਾਰੀਆਂ ਸੰਭਾਵਨਾਵਾਂ ਵੀ ਇਸ ਤਰੀਕੇ ਦੇ ਨਾਲ ਕਿਸੇ ਨੂੰ ਸਮਝਾਉਣ ਨਾਲ ਘੱਟ ਤੋਂ ਘੱਟ ਛੂਈਆਂ ਜਾਣਗੀਆਂ ਭਾਵ ਘੱਟ ਤੋਂ ਘੱਟ ਹੀ ਕੋਈ ਔਕਵਰਡ ਫੀਲ ਕਰੇਗਾ ਕਿਸੇ ਤੋਂ ਸਲਾਹ ਲੈਣ ਵੇਲੇ ਜਿਸ ਨੂੰ ਕਿ ਥਰਡ ਮੈਨ ਅਪਰੋਚ ਵੀ ਕਹਿੰਦੇ ਹਨ ਜਿੱਥੇ ਮੈਂ ਗੱਲ ਕਰਨ ਵਾਲਾ ਤੂੰ ਗੱਲ ਸੁਣਨ ਵਾਲਾ ਉਹ ਤੀਸਰਾ ਬੰਦਾ ਉਹਨੂੰ ਕਹਿੰਦੇ ਥਰਡ ਮੈਨ ਸੋ ਇੱਥੇ ਮੈਂ ਨਹੀਂ ਗੱਲ ਸਮਝਾ ਰਿਹਾ ਮੈਂ ਇੱਕ ਕਹਾਣੀ ਸੁਣਾ ਰਿਹਾ ਸੋ ਉਹ ਕਹਾਣੀ ਭਾਵ ਉਹ ਥਰਡ ਮੈਨ ਉਸ ਬੰਦੇ ਨੂੰ ਗੱਲ ਸਮਝਾ ਰਿਹਾ ਜਿਹਦੇ ਨਾਲ ਅਗਲੇ ਦਾ ਸਵੈ ਮਾਣ ਵੀ ਨਹੀਂ ਹਰਟ ਹੋਏਗਾ ਭਾਵ ਇੱਥੇ ਮੈਂ ਇਹ ਡਿਕਲੇਅਰ ਨਹੀਂ ਕਰਾਂਗਾ ਕਿ ਮੈਂ ਜ਼ਿਆਦਾ ਸਿਆਣਾ ਹਾਂ ਤੇ ਮੈਂ ਤੈਨੂੰ ਗੱਲ ਸਮਝਾ ਰਿਹਾ ਇੱਥੇ ਗੱਲ ਕੌਣ ਸਮਝਾਏਗਾ ਉਹ ਕਹਾਣੀ ਜਿਹੜੀ ਅਸੀਂ ਸੁਣਾ ਰਹੇ ਹਾਂ ਇਹ ਤਰੀਕਾ ਸਭ ਤੋਂ ਮੋਹਰੀ ਹੁੰਦਾ ਹੈ ਕਿਸੇ ਨੂੰ ਐਡਵਾਈਸ ਦੇਣ ਲਈ ਦਿਸ ਵਿਲ ਅਪੀਅਰ ਟੂ ਅਸ ਇਹ ਸਾਡੇ ਨਾਲ ਵੀ ਘਟਿਤ ਹੋਏਗਾ ਭਾਵ ਸਾਡੇ ਸਾਹਮਣੇ ਵੀ ਇਹੀ ਚੀਜ਼ ਆਏਗੀ ਇਫ ਵੀ ਰਿਫਲੈਕਟ ਇਨ ਦਾ ਫਰਸਟ ਪਲੇਸ ਜੇ ਅਸੀਂ ਆਪਣੇ ਆਪ ਨੂੰ ਫਰਸਟ ਪਲੇਸ ਤੇ ਰੱਖਾਂਗੇ ਭਾਵ ਜੋ ਲੋਕਾਂ ਨੂੰ ਅਸੀਂ ਕਹਿਣਾ ਪਹਿਲਾਂ ਅਸੀਂ ਆਪ ਸਿੱਖਾਂਗੇ ਦੈਟ ਅਪਨ ਦਾ ਰੀਡਿੰਗ ਆਫ ਅ ਫੇਬਲ ਕਿ ਇੱਕ ਮਿੰਨੀ ਕਹਾਣੀ ਨੂੰ ਪੜਨ ਵੇਲੇ ਵੀ ਆਰ ਮੇਡ ਟੂ ਬਿਲੀਵ ਵੀ ਐਡਵਾਈਜ਼ ਆਵਰਸੈਲਵਸ ਅਸੀਂ ਆਪਣੇ ਆਪ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਹੀ ਸਲਾਹ ਦਿੰਦੇ ਹਾਂ We peruse the author for the sake of the story ਕਿ ਅਸੀਂ ਇੱਕ ਸਟੋਰੀ ਦੇ ਲੇਖਕ ਨੂੰ ਉਸ ਸਟੋਰੀ ਦੀ ਖਾਤਰ ਹੀ ਪੜ੍ਹਦੇ ਹਾਂ ਉਸ ਸਟੋਰੀ ਦੇ ਆਧਾਰ ਤੇ ਹੀ ਉਹਦਾ ਵਾਚਨ ਕਰਦੇ ਹਾਂ and consider the precepts rather as our own conclusion than his instructions ਅਤੇ ਉਸ ਸਟੋਰੀ ਵਿੱਚ ਕਈਆਂ ਹੋਈਆਂ ਗੱਲਾਂ
ਭਾਵ ਦਿੱਤੇ ਹੋਏ ਨਿਰਦੇਸ਼ਾਂ ਤੋਂ ਸਾਨੂੰ ਸਿੱਖਣ ਨੂੰ ਕੀ ਮਿਲਿਆ, ਉਹਦਾ ਅਸੀਂ ਕਨਕਲੂਜਨ, ਉਹਦਾ ਅਸੀਂ ਰਿਜ਼ਲਟ ਆਪਣੀ ਸੋਚ ਦੇ ਹਿਸਾਬ ਨਾਲ ਹੀ ਕਰਦੇ ਹਾਂ, ਬਜਾਏ ਕਿ ਉਸ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ। The moral insinuates itself imperceptibly. We are taught by surprise and become wiser and better unawares. Insinuate ਤੇ ਕਈ ਮੀਨਿੰਗ ਹੈ, ਜਿਵੇਂ ਕਿਸੇ ਨੂੰ ਇਸ਼ਾਰਾ ਕਰਨਾ ਜਾਂ ਕਿਸੇ ਦੇ ਦਿਮਾਗ ਵਿੱਚ ਕੋਈ ਗੱਲ ਪਾਣੀ ਜਾਂ ਚਲਾਕੀ ਦੇ ਨਾਲ ਪਾ ਦੇਣੀ ਜਾਂ ਕਿਸੇ ਟੈਕਟ ਦੇ ਨਾਲ, ਕਿਸੇ ਆਰਟ ਦੇ ਨਾਲ ਕਿਸੇ ਦੇ ਦਿਮਾਗ ਵਿੱਚ ਉਹ ਗੱਲ ਪਾ ਦੇਣੀ, ਉਹਨੂੰ ਕਹਿੰਦੇ ਨੇ ਇਨਸੀਨੂਏਟ। ਇੰਪਰਸੈਪਟੇਬਲੀ ਹੁੰਦਾ ਬਹੁਤ ਜ਼ਿਆਦਾ ਸੂਖਮ ਤਰੀਕੇ ਨਾਲ, ਕਿ ਜੇ ਨੈਤਿਕ ਤੌਰ ਤੇ ਦੇਖਿਆ ਜਾਵੇ ਕਿ ਕਿਸੇ ਦੇ ਦਿਮਾਗ ਵਿੱਚ ਜੇ ਅਸੀਂ ਕੋਈ ਗੱਲ ਪਾਉਣਾ ਚਾਹੁੰਦੇ ਹਾਂ ਬੜੇ ਸੂਖਮ ਤਰੀਕੇ ਨਾਲ, ਉੱਥੇ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਹਮੇਸ਼ਾ ਸਰਪ੍ਰਾਈਜ਼ ਦੇ ਨਾਲ ਸਿੱਖਦੇ ਹਾਂ, ਕਿ ਇੱਕਦਮ ਹੈਰਾਨੀ ਦੇ ਨਾਲ ਸਾਨੂੰ ਉਹ ਚੀਜ਼ ਸਾਡੇ ਦਿਮਾਗ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਅਤੇ ਅਸੀਂ ਪਹਿਲੇ ਨਾਲੋਂ ਹੋਰ ਸਿਆਣੇ ਅਤੇ ਵਧੀਆ ਹੋ ਜਾਂਦੇ ਹਾਂ, ਜਿਹਦੇ ਲਈ ਕਿ ਅਸੀਂ ਕੋਈ ਇੰਨੇ ਅਵੇਅਰ ਹੋ ਕੇ ਐਫਰਟਸ ਨਹੀਂ ਕਰਦੇ, ਪਰ ਸਾਨੂੰ ਇਹ ਇੱਕਦਮ ਅਚਾਨਕ ਹੀ ਉਹ ਜਿਹੜੀ ਸਿਆਣਪ ਹੈ ਸਾਡੇ ਦਿਮਾਗ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਇਨ ਸ਼ੋਰਟ, ਬਾਈ ਦਿਸ ਮੈਥਡ ਅ ਮੈਨ ਇਜ਼ ਸੋ ਫਾਰ overreached as to think he is directing himself। ਸੰਖੇਪ ਵਿੱਚ ਜੇ ਕਹਿਣਾ ਹੋਵੇ ਤਾਂ ਇਸ ਤਰੀਕੇ ਦੇ ਨਾਲ ਮਨੁੱਖ ਬਹੁਤ ਦੂਰ ਤੱਕ ਚਲਾ ਜਾਂਦਾ ਹੈ ਇਹ ਸੋਚਦੇ ਹੋਏ ਕਿ ਉਹ ਆਪਣੇ ਆਪ ਨੂੰ ਸੇਧ ਦੇ ਰਿਹਾ ਹੈ, ਦਿਸ਼ਾ ਦੇ ਰਿਹਾ ਹੈ, whilst he is following the dictates of another। ਜਦ ਕਿ ਉਹ ਸਿਰਫ ਦੂਜੇ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਨੂੰ ਹੀ ਫੋਲੋ ਕਰ ਰਿਹਾ ਹੁੰਦਾ ਹੈ, ਪਰ ਕਿਉਂਕਿ ਇਹ ਗੱਲ ਉਹ ਕਹਾਣੀ ਦੱਸ ਰਹੀ ਹੁੰਦੀ ਹੈ, ਕੋਈ ਬੰਦਾ ਨਹੀਂ ਦੱਸ ਰਿਹਾ ਹੁੰਦਾ, ਸੋ ਉਸ ਕਹਾਣੀ ਤੋਂ ਸੇਧ ਲੈਂਦਾ ਹੋਇਆ, ਸਿੱਖਦਾ ਹੋਇਆ ਉਹ ਆਪਣੇ ਆਪ ਨੂੰ ਵੀ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਸੇਧ ਦਿੰਦਾ ਹੈ ਅਤੇ ਕਾਫੀ ਕੁਝ ਸਿੱਖਦਾ ਹੈ ਤੇ ਉਹ ਸਮਝਦਾ ਹੁੰਦਾ ਕਿ ਉਹ ਆਪਣੇ ਆਪ ਤੋਂ ਸਿੱਖ ਰਿਹਾ ਹੈ, ਪਰ ਅਲਟੀਮੇਟਲੀ ਉਹਨੂੰ ਕੋਈ ਦੂਸਰਾ ਦਿਸ਼ਾ ਨਿਰਦੇਸ਼ ਦੇ ਰਿਹਾ ਹੁੰਦਾ ਹੈ। Consequently, ਨਤੀਜੇ ਵਜੋਂ he is not sensible of that, ਉਸ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ, ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ। which is the most unpleasing, ਮੇਰੇ ਖਿਆਲ ਇੱਥੇ unpleasing ਹੋਏਗਾ, ਇੱਥੇ apleasing ਲਿਖਿਆ, ਸ਼ਾਇਦ ਇਹ ਸਪੈਲਿੰਗ ਮਿਸਟੇਕ ਹੈ, ਸੋ ਮੈਂ ਇਹਨੂੰ ਅਨਪਲੀਜ਼ਿੰਗ ਪੜ੍ਹ ਰਿਹਾ ਕਿ which is the most unpleasing circumstance in advice, ਕਿ ਕਿਸੇ ਨੂੰ ਐਡਵਾਈਸ ਦੇਣੀ ਹੋਵੇ ਤਾਂ ਉਸ ਐਡਵਾਈਸ ਨੂੰ ਦੇਣ ਵਿੱਚ ਜਿਹੜਾ ਅਨਪਲੀਜ਼ਿੰਗ ਸਰਕਮਸਟਾਂਸ ਹੈ, ਭਾਵ ਉਹ ਹਾਲਾਤ ਜਿਹੜੇ ਕਿਸੇ ਨੂੰ ਕੋਈ ਖੁਸ਼ੀ ਨਹੀਂ ਦਿੰਦੇ, ਅਨਪਲੀਜ਼ਿੰਗ ਸਰਕਮਸਟਾਂਸ, ਠੀਕ ਹੈ। ਸੋ ਤੁਹਾਨੂੰ ਕੋਈ ਐਡਵਾਈਸ ਦੇ ਰਿਹਾ ਹੋਵੇ, ਤੁਹਾਨੂੰ ਕਿਹੜੀ ਚੀਜ਼ ਜਿਹੜੀ ਹੈ ਖੁਸ਼ੀ ਨਹੀਂ ਦੇਗੀ, ਸੋ ਇਹ ਚੀਜ਼ ਖੁਸ਼ੀ ਨਹੀਂ ਦੇਗੀ ਕਿ ਕੋਈ ਮੈਨੂੰ ਸਮਝਾ ਰਿਹਾ ਹੈ, ਭਾਵ ਮੈਨੂੰ ਇਹ ਚੀਜ਼ ਨਹੀਂ ਪਤਾ। ਸੋ ਨਤੀਜੇ ਵਜੋਂ ਕਿਸੇ ਨੂੰ ਐਡਵਾਈਸ ਦੇਣ ਵਿੱਚ ਜਿਹੜੀ ਸਭ ਤੋਂ ਬੁਰੀ ਗੱਲ ਕਿਸੇ ਨੂੰ ਫੀਲ ਹੁੰਦੀ ਹੈ, ਸੋ ਇਸ ਤਰ੍ਹਾਂ ਮਿੰਨੀ ਕਹਾਣੀ ਸੁਣਾ ਕੇ ਉਸ ਬੁਰੀ ਫੀਲਿੰਗ ਤੋਂ ਉਸ ਐਡਵਾਈਸ ਨੂੰ ਲੈਣ ਵਾਲੇ ਵਿਅਕਤੀ ਦਾ ਛੁਟਕਾਰਾ ਹੋ ਜਾਂਦਾ ਹੈ, ਕਿਉਂਕਿ ਹੁਣ ਉਸ ਨੂੰ ਥਰਡ ਮੈਨ ਸਮਝਾ ਰਿਹਾ ਹੈ, ਭਾਵ ਇੱਕ ਕਥਾ, ਇੱਕ ਮਿੰਨੀ ਕਹਾਣੀ ਸਮਝਾ ਰਹੀ ਹੈ। ਇਨ ਦਾ ਨੈਕਸਟ ਪਲੇਸ, ਹੁਣ ਜੇ ਅਸੀਂ ਅਗਲੀ ਗੱਲ ਕਰੀਏ, ਇਫ ਵੀ ਲੁੱਕ ਇਨਟੂ ਹਿਊਮਨ ਨੇਚਰ, ਜੇ ਅਸੀਂ ਮਨੁੱਖ ਦੇ ਸੁਭਾਅ ਵੱਲ ਦੇਖਦੇ ਹਾਂ, we shall find that the mind is never so much pleased, ਕਿ ਸਾਡਾ ਦਿਮਾਗ, ਸਾਡਾ ਮਸਤਿਸ਼ਕ ਕਦੀ ਵੀ ਇੰਨਾ ਖੁਸ਼ ਨਹੀਂ ਹੁੰਦਾ। as when she exerts herself in any action, ਕਿ ਜਦੋਂ ਸਾਡਾ ਦਿਮਾਗ ਕਿਸੇ ਕੰਮ ਵਿੱਚ ਬਹੁਤ ਜ਼ਿਆਦਾ ਜ਼ੋਰ ਲਗਾਉਂਦਾ ਹੈ, ਬਹੁਤ ਜ਼ਿਆਦਾ ਮਿਹਨਤ ਕਰਦਾ ਹੈ, that gives her an idea of her own perfections and abilities, ਤਾਂ ਸਾਡੇ ਦਿਮਾਗ ਨੂੰ ਉਸ ਦੀਆਂ ਆਪਣੀਆਂ ਪੂਰਨਤਾਵਾਂ, ਭਾਵ ਨਿਪੁੰਨਤਾਵਾਂ ਐਂਡ ਐਬਿਲਿਟੀਜ਼ ਅਤੇ ਯੋਗਤਾਵਾਂ ਦਾ ਆਈਡੀਆ ਹੁੰਦਾ ਹੈ ਕਿ ਮੈਂ ਬਹੁਤ ਯੋਗ ਹਾਂ, ਮੈਂ ਬਹੁਤ ਪੂਰਨ ਹਾਂ। ਦਿਸ ਨੈਚੁਰਲ ਪ੍ਰਾਈਡ ਐਂਡ ਐਂਬੀਸ਼ਨ ਆਫ ਦਾ ਸੋਲ, ਇਹ ਸਾਡੀ ਆਤਮਾ ਦਾ ਕੁਦਰਤੀ ਮਾਣ ਅਤੇ ਉਸ ਦੀ ਲਾਲਸਾ ਇਜ਼ ਵੈਰੀ ਮਚ ਗ੍ਰੈਟੀਫਾਈਡ ਇਨ ਦਾ ਰੀਡਿੰਗ ਆਫ ਅ ਫੇਬਲ। ਤਾਂ ਇਹ ਦੋਨੋਂ ਗੱਲਾਂ ਉਹ ਕਹਾਣੀ ਨੂੰ ਪੜ੍ਹ ਕੇ ਗ੍ਰੈਟੀਫਾਈ ਹੁੰਦੀਆਂ, ਭਾਵ ਸ਼ਾਂਤ ਹੁੰਦੀਆਂ ਹਨ। For in writings of this kind, ਇਸ ਤਰ੍ਹਾਂ ਦੀਆਂ ਲਿਖਤਾਂ ਦੇ ਵਿੱਚ the reader comes in for half of the performance, ਕਿ ਜੋ ਉਸ ਰਾਈਟਿੰਗ ਦੇ ਵਿੱਚ ਪਰਫਾਰਮ ਕੀਤਾ ਜਾਂਦਾ ਹੈ, ਤਾਂ ਉਸ ਪਰਫਾਰਮੈਂਸ ਨੂੰ ਪੜ੍ਹਨ ਵਾਲਾ ਪਾਠਕ ਵੀ ਆਪ ਉਸ ਵਿੱਚ ਇਨਵੋਲਵ ਹੋ ਕੇ ਉਸ ਦਾ ਅੱਧਾ ਪਾਰਟ ਬਣ ਜਾਂਦਾ ਹੈ। everything appears to him like a discovery of his own, ਤੇ ਉਸ ਕਹਾਣੀ ਦੇ ਵਿੱਚ ਜੋ ਚੀਜ਼ ਉਸ ਦੇ ਸਾਹਮਣੇ ਅਪੀਅਰ ਹੁੰਦੀ ਹੈ, ਪ੍ਰਗਟ ਹੁੰਦੀ ਹੈ, ਉਸ ਨੂੰ ਲੱਗਦਾ ਹੁੰਦਾ ਕਿ ਉਸ ਦੀ ਆਪਣੀ ਹੀ ਸਵੈ ਪੜਚੋਲ ਹੋ ਰਹੀ ਹੈ, ਉਹ ਆਪਣੇ
ਆਪ ਨੂੰ ਹੀ ਖੋਜ ਰਿਹਾ ਹੈ, ਆਪਣੇ ਆਪ ਨੂੰ ਹੀ ਉਸ ਕਹਾਣੀ ਵਿੱਚੋਂ ਲੱਭ ਰਿਹਾ ਹੈ। ਹੀ ਇਜ਼ ਬਿਜ਼ੀ ਆਲ ਦ ਵਾਈਲ ਇਨ ਅਪਲਾਈਂਗ ਕਰੈਕਟਰ ਐਂਡ ਸਰਕਮਸਟੈਂਸਿਸ। ਉਹ ਪਾਠਕ ਉਸ ਕਹਾਣੀ ਨੂੰ ਪੜ੍ਹਦੇ ਉਸ ਕਹਾਣੀ ਦੇ ਪਾਤਰਾਂ ਅਤੇ ਉਸ ਕਹਾਣੀ ਦੀਆਂ ਸਥਿਤੀਆਂ ਨੂੰ ਆਪਣੇ ਆਪ ਵਿੱਚ ਅਪਲਾਈ ਕਰਨ ਵਿੱਚ ਬਿਜ਼ੀ ਹੋ ਜਾਂਦਾ ਹੈ। ਭਾਵ ਉਹ ਸੋਚਣ ਲੱਗ ਜਾਂਦਾ ਹੈ ਕਿ ਕਿਹੜਾ ਕਰੈਕਟਰ ਮੇਰੇ ਵਰਗਾ ਹੈ ਤੇ ਇਹ ਵੀ ਜਿਹੜੇ ਸਰਕਮਸਟੈਂਸਿਸ ਆਏ ਹਨ ਇਹ ਸਾਰੇ ਮੇਰੀ ਜ਼ਿੰਦਗੀ ਦੇ ਨਾਲ ਮੇਲ ਜੋਲ ਖਾਂਦੇ ਹਨ, ਤੇ ਉਹ ਆਪਣੇ ਆਪ ਨੂੰ ਉਹਨਾਂ ਕਰੈਕਟਰਸ ਤੇ ਉਹਨਾਂ ਸਰਕਮਸਟੈਂਸਿਸ ਦੇ ਵਿੱਚ ਇਨਵੋਲਵ ਕਰਕੇ ਉਸ ਕਹਾਣੀ ਨੂੰ ਪੜ੍ਹਦਾ ਹੈ। ਐਂਡ ਇਨ ਦਿਸ ਰਿਸਪੈਕਟ ਹੀ ਇਜ਼ ਬੋਥ ਅ ਰੀਡਰ ਐਂਡ ਅ ਕੰਪੋਜ਼ਰ। ਅਤੇ ਇਸ ਤਰ੍ਹਾਂ ਇੱਕੋ ਸਮੇਂ ਉਹ ਉਸ ਕਹਾਣੀ ਦਾ ਪਾਠਕ ਵੀ ਹੁੰਦਾ ਅਤੇ ਉਸ ਕਹਾਣੀ ਦਾ ਨਿਰਮਾਤਾ ਵੀ ਹੁੰਦਾ ਹੈ। ਦ ਓਬਲੀਕ ਮੈਨਰ ਆਫ ਗਿਵਿੰਗ ਐਡਵਾਈਸ ਇਜ਼ ਸੋ ਇਨਓਫੈਂਸਿਵ। ਓਬਲੀਕ ਹੁੰਦਾ ਟੇਢਾ, ਤਿਰਛਾ, ਇਨਡਾਇਰੈਕਟ। ਠੀਕ ਹੈ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਆਪਾਂ ਡਾਇਰੈਕਟ ਨਹੀਂ ਕਿਸੇ ਨੂੰ ਸਮਝਾ ਰਹੇ ਕਿ ਤੂੰ ਮਾੜਾ ਹੈ, ਤੂੰ ਚੰਗਾ ਹੈ, ਅਸੀਂ ਇਨਡਾਇਰੈਕਟ ਸਮਝਾ ਰਹੇ ਹਾਂ। ਉਸ ਤਰੀਕੇ ਨੂੰ ਕਹਾਂਗੇ ਓਬਲੀਕ ਮੈਨਰ। ਦ ਓਬਲੀਕ ਮੈਨਰ ਆਫ ਗਿਵਿੰਗ ਐਡਵਾਈਸ ਇਜ਼ ਸੋ ਇਨਓਫੈਂਸਿਵ ਕਿ ਇਸ ਤਰ੍ਹਾਂ ਦਾ ਟੇਢਾ ਤਰੀਕਾ ਕਿਸੇ ਨੂੰ ਸਲਾਹ ਦੇਣ ਦਾ ਇਹ ਇਨਓਫੈਂਸਿਵ ਹੈ, ਭਾਵ ਇਹ ਕਿਸੇ ਤੇ ਹਮਲਾ ਨਹੀਂ ਕਰਦਾ। ਦੈਟ ਇਫ ਵੀ ਲੁੱਕ ਇਨਟੂ ਐਂਸ਼ੀਐਂਟ ਹਿਸਟਰੀਜ਼ ਕਿ ਜੇ ਅਸੀਂ ਪੁਰਾਤਨ ਇਤਿਹਾਸਾਂ ਤੇ ਝਾਤ ਮਾਰੀਏ, ਵੀ ਫਾਈਂਡ ਦ ਵਾਈਜ਼ ਮੈਨ ਆਫ ਓਲਡ ਵੈਰੀ often chose to give counsel to their kings in fables। ਤਾਂ ਅਸੀਂ ਦੇਖਦੇ ਹਾਂ ਕਿ ਰਾਜਿਆਂ ਨੂੰ ਸਲਾਹ ਦੇਣ ਵਾਲੇ ਬਜ਼ੁਰਗ ਵਿਅਕਤੀ ਹਮੇਸ਼ਾ ਉਹਨਾਂ ਨੂੰ ਪੁਰਾਣੀਆਂ ਕਥਾਵਾਂ ਸੁਣਾ ਕੇ ਹੀ ਸਲਾਹ ਦਿੰਦੇ ਸਨ। There is one pretty instance of this nature in a Turkish tale। ਇਸੇ ਹੀ ਨੇਚਰ ਦੀ, ਇਸੇ ਹੀ ਤਰ੍ਹਾਂ ਦੀ ਇੱਕ ਬਹੁਤ ਸੁੰਦਰ ਉਦਾਹਰਣ ਇੱਕ ਤੁਰਕੀ ਦੀ ਦੰਤ ਕਥਾ ਦੇ ਵਿੱਚ ਮਿਲਦੀ ਹੈ। We are told, ਸਾਨੂੰ ਦੱਸਿਆ ਗਿਆ, that the Sultan Mahmud ਕਿ ਸੁਲਤਾਨ ਮਹਿਮੂਦ by his perpetual wars abroad ਕਿ ਉਸ ਦੁਆਰਾ ਕੀਤੇ ਗਏ ਲਗਾਤਾਰ ਵਿਦੇਸ਼ਾਂ ਵਿੱਚ ਯੁੱਧ and his tyranny at home ਅਤੇ ਉਸ ਦੁਆਰਾ ਕੀਤੇ ਗਏ ਉਸੇ ਦੇ ਦੇਸ਼ ਵਿੱਚ ਅਤਿਆਚਾਰ had filled his kingdom with ruin and desolation। ਉਹਨਾਂ ਚੀਜ਼ਾਂ ਨੇ ਉਸ ਦੇ ਸਾਮਰਾਜ ਨੂੰ ਤਬਾਹ ਕਰ ਦਿੱਤਾ ਅਤੇ ਉਜਾੜ ਦਿੱਤਾ। ਐਂਡ ਹਾਫ ਅਨਪੀਪਲਡ ਦ ਪਰਸ਼ੀਅਨ ਐਮਪਾਇਰ ਕਿ ਉਸਨੇ ਅੱਧੇ ਫਾਰਸੀ ਸਾਮਰਾਜ ਨੂੰ ਅਨਪੀਪਲ ਕਰਤਾ, ਭਾਵ ਖਾਲੀ ਕਰ ਦਿੱਤਾ। ਦ ਵਿਜ਼ੀਅਰ ਟੂ ਦਿਸ ਗ੍ਰੇਟ ਸੁਲਤਾਨ, ਵਿਜ਼ੀਅਰ ਜਿੱਦਾਂ ਅਸੀਂ ਵਜ਼ੀਰ ਕਹਿੰਦੇ ਹਾਂ, ਠੀਕ ਹੈ, ਸੋ ਉਸੇ ਹੀ ਭਾਸ਼ਾ ਨੂੰ ਇਹਨਾਂ ਨੇ ਆਪਣੀ ਪ੍ਰੋਨਾਂਸੀਏਸ਼ਨ 'ਚ ਬੋਲਿਆ ਹੋਇਆ ਹੈ, ਵਿਜ਼ੀਅਰ ਯਾਨੀ ਵਜ਼ੀਰ, ਕਿ ਉਸ ਮਹਾਨ ਸੁਲਤਾਨ ਦਾ ਵਜ਼ੀਰ ਵੈਦਰ ਅ ਹਿਊਮਰਿਸਟ ਔਰ ਐਨ ਐਂਥੂਜ਼ੀਆਸਟ ਵੀ ਆਰ ਨੋਟ ਇਨਫੋਰਮਡ ਕਿ ਉਹ ਹੋ ਸਕਦਾ ਕਿਸੇ ਨੂੰ ਹਸਾਉਣ ਵਾਲਾ ਹੋਵੇ, ਠੀਕ ਹੈ, ਹਿਊਮਰਿਸਟ ਹੋਵੇ, ਤੇ ਜਾਂ ਹੋ ਸਕਦਾ ਉਹ ਵਜ਼ੀਰ ਕਿਸੇ ਨੂੰ ਜੋਸ਼ ਵਿੱਚ ਲਿਆਉਣ ਵਾਲਾ ਹੋਵੇ, ਉਹਦੀ ਨੇਚਰ ਇਸ ਤਰ੍ਹਾਂ ਦੀ ਹੋ ਸਕਦੀ ਹੈ। ਵੀ ਆਰ ਨੋਟ ਇਨਫੋਰਮਡ, ਸਾਨੂੰ ਇਸ ਬਾਰੇ ਨਹੀਂ ਪਤਾ। pretended to have learned of a certain device to understand the language of birds ਕਿ ਉਸਨੇ ਇਹ ਬਹਾਨਾ ਲਗਾਇਆ, ਭਾਵ ਉਸਨੇ ਇੱਕ ਗੱਲ ਘੜੀ ਕਿ ਉਸ ਕੋਲ ਇੱਕ ਡਿਵਾਈਸ ਹੈ, ਇੱਕ ਉਪਕਰਨ ਹੈ ਜਿਸ ਨਾਲ ਉਹ ਪੰਛੀਆਂ ਦੀ ਲੈਂਗੁਏਜ ਨੂੰ ਸਮਝ ਸਕਦਾ ਹੈ। So that there was not a bird that could open his mouth, but the vizier knew what it was he said। So ਅਜਿਹਾ ਕੋਈ ਪੰਛੀ ਨਹੀਂ ਹੈ ਜਿਹੜਾ ਕਿ ਬੋਲਣ ਲਈ ਆਪਣਾ ਮੂੰਹ ਖੋਲਦਾ ਹੋਵੇ ਤੇ ਵਿਜ਼ੀਅਰ ਨੂੰ ਨਾ ਪਤਾ ਹੋਵੇ ਕਿ ਉਹ ਕੀ ਬੋਲਦਾ ਪਿਆ ਹੈ। ਸੋ ਕਹਿਣ ਤੋਂ ਭਾਵ ਕਿ ਉਸ ਉਪਕਰਨ ਦੇ ਨਾਲ ਉਹ ਹਰ ਪੰਛੀ ਦੀਆਂ ਗੱਲਾਂ ਨੂੰ ਟਰਾਂਸਲੇਟ ਕਰ ਸਕਦਾ ਹੈ, ਦੱਸ ਸਕਦਾ ਕਿ ਉਹ ਕੀ ਬੋਲਦੇ ਪਏ ਹਨ। As he was one evening with the emperor, ਇੱਕ ਸ਼ਾਮ ਨੂੰ ਜਿੱਦਾਂ ਉਹ ਸਮਰਾਟ ਦੇ ਨਾਲ ਘੁੰਮ ਰਿਹਾ ਸੀ, in their return from hunting, ਸ਼ਿਕਾਰ ਕਰਨ ਤੋਂ ਬਾਅਦ ਵਾਪਸੀ ਵੇਲੇ, they saw a couple of owls upon a tree that grew near an old wall out of a heap of rubbish। ਤਾਂ ਉਹਨਾਂ ਦੋਵਾਂ ਨੇ ਕੋਲ ਪਏ ਇੱਕ ਕੂੜੇ ਦੇ ਢੇਰ ਦੇ ਵਿੱਚੋਂ ਉੱਗੇ ਇੱਕ ਦਰਖਤ ਦੇ ਉੱਤੇ ਬੈਠੇ ਹੋਏ ਉੱਲੂਆਂ ਦਾ ਜੋੜਾ ਦੇਖਿਆ। I would like to know, says the Sultan। ਸੁਲਤਾਨ ਨੇ ਕਿਹਾ, ਮੈਂ ਇਹ ਜਾਣਨਾ ਚਾਹਾਂਗਾ what those two owls are saying to one another ਕਿ ਇਹ ਦੋਨੋਂ ਉੱਲੂ ਆਪਸ ਵਿੱਚ ਕੀ ਗੱਲ ਕਰ ਰਹੇ ਹਨ। Listen to their discourse and give me an account of it। ਇਹਨਾਂ ਦੋਨਾਂ ਦੀ ਗੱਲਬਾਤ ਸੁਣੋ ਅਤੇ ਮੈਨੂੰ ਇਸ ਗੱਲਬਾਤ ਦਾ ਬਿਊਰਾ ਦਿਓ। The vizier approached the tree। ਤਾਂ ਵਜ਼ੀਰ ਉਸ ਟਰੀ ਦੇ ਨੇੜੇ ਆਇਆ, pretending to be very attentive to the two owls। ਤੇ ਉਹ ਇਸ ਤਰ੍ਹਾਂ ਕਰਨ ਲੱਗਾ ਕਿ ਜਿੱਦਾਂ ਉਹ ਬੜੇ ਧਿਆਨ ਨਾਲ ਉਹਨਾਂ ਦੋਨੋਂ ਉੱਲੂਆਂ ਦੀ ਗੱਲ ਸੁਣ ਰਿਹਾ ਹੈ। Upon his return to the Sultan, ਸੁਲਤਾਨ ਵੱਲ ਵਾਪਸੀ ਵੇਲੇ ਉਸਨੇ ਕਿਹਾ, Sir, says he, ਉਹ ਕਹਿੰਦਾ ਹੈ,
I have heard part of their conversation. ਮੈਂ ਉਹਨਾਂ ਦੀ ਗੱਲਬਾਤ ਦਾ ਕੁਝ ਹਿੱਸਾ ਹੀ ਸੁਣਿਆ ਹੈ, but I dare not tell you what it is. ਪਰ ਮੈਂ ਇੰਨੀ ਹਿੰਮਤ ਨਹੀਂ ਕਰ ਸਕਦਾ ਕਿ ਤੁਹਾਨੂੰ ਮੈਂ ਦੱਸ ਸਕਾਂ ਕਿ ਉਹਨਾਂ ਨੇ ਕੀ ਕਿਹਾ ਹੈ। The Sultan would not be satisfied with such an answer. ਤਾਂ ਸੁਲਤਾਨ ਇਹੋ ਜਿਹੇ ਆਨਸਰ ਨਾਲ ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ ਸੀ। He forced him to repeat word for word everything the owls had said. ਉਸਨੇ ਉਸ ਵਜ਼ੀਰ ਤੇ ਜ਼ੋਰ ਪਾਇਆ ਕਿ ਉਹ ਸ਼ਬਦ ਦਰ ਸ਼ਬਦ ਗੱਲ ਦੱਸੇ ਕਿ ਕਿਹੜੇ-ਕਿਹੜੇ ਸ਼ਬਦ ਉਹਨਾਂ ਉਲੂਆਂ ਨੇ ਆਪਣੀ ਗੱਲਬਾਤ ਵਿੱਚ ਵਰਤੇ। You must know then. ਠੀਕ ਹੈ, ਫਿਰ ਤੁਹਾਨੂੰ ਜ਼ਰੂਰ ਪਤਾ ਚੱਲੇਗਾ, said the ਵਜ਼ੀਰ। ਵਜ਼ੀਰ ਨੇ ਕਿਹਾ that one of these owls has a son, ਕਿ ਇਹਨਾਂ ਦੋਨੋਂ ਉਲੂਆਂ ਵਿੱਚੋਂ ਇੱਕ ਉੱਲੂ ਦਾ ਲੜਕਾ ਵੀ ਹੈ, and the other a daughter, between whom they are now upon a treaty of marriage, ਕਿ ਦੋਨਾਂ ਦੇ ਵਿੱਚ ਹੁਣ ਇਹ ਮੈਰਿਜ ਕਰਵਾਉਣਾ ਚਾਹੁੰਦੇ ਹਨ। The father of the son said to the father of the daughter, ਹੁਣ ਲੜਕੇ ਦਾ ਪਿਤਾ ਲੜਕੀ ਦੇ ਪਿਤਾ ਨੂੰ ਕਹਿੰਦਾ ਹੈ, in my hearing, ਜੋ ਕਿ ਮੇਰੇ ਸੁਣਨ ਵਿੱਚ ਆਇਆ ਹੈ ਕਿ ਉਹਨਾਂ ਨੇ ਕਿਹਾ ਹੈ, brother I consent to this marriage, ਕਿ brother ਮੈਂ ਇਸ ਮੈਰਿਜ ਲਈ ਤਾਂ ਕੰਸੈਂਟ ਦਿੰਦਾ ਹਾਂ ਕਰਦਾ ਹਾਂ, provided ਬਸ਼ਰਤੇ ਜੇਕਰ you will settle upon your daughter 50 ruined village for her portion, ਕਿ ਜੇ ਤੂੰ ਆਪਣੀ ਬੇਟੀ ਨੂੰ 50 ਉਜੜੇ ਹੋਏ ਪਿੰਡ ਨਾਲ ਦਵੇ। ਸੋ ਆਮ ਕਰਕੇ ਉਲੂਆਂ ਵਾਸਤੇ ਬੋਲਿਆ ਜਾਂਦਾ ਹੈ ਕਿ ਉਹ ਉਜਾੜ ਵਿੱਚ ਬੋਲਦੇ ਹਨ। ਸੋ ਇੱਥੇ ਵੀ ਉਹੀ ਗੱਲ ਕੀਤੀ ਗਈ ਹੈ ਕਿ ਉੱਲੂ ਨੇ ਦੂਸਰੇ ਉੱਲੂ ਨੂੰ ਕਿਹਾ ਕਿ ਮੈਂ ਤਾਂ ਆਪਣੀ ਬੇਟੀ ਦਾ ਰਿਸ਼ਤਾ ਤੇਰੇ ਬੇਟੇ ਨਾਲ ਕਰਾਂਗਾ ਜੇ ਤੂੰ ਆਪਣੀ ਬੇਟੀ ਦੇ ਨਾਮ ਤੇ 50 ਉਜੜੇ ਹੋਏ ਪਿੰਡ ਦੇ ਦੇਵੇ। ਟੂ ਵਿਚ ਦਾ ਫਾਦਰ ਆਫ ਦਾ ਡਾਟਰ ਰਿਪਲਾਈਡ, ਤੇ ਇਸ ਪ੍ਰਪੋਜ਼ਲ ਦੇ ਜਵਾਬ ਦੇ ਵਿੱਚ ਲੜਕੀ ਦੇ ਪਿਤਾ ਨੇ ਕਿਹਾ, ਇਨਸਟੈਡ ਆਫ 50 ਆਈਲ ਗਿਵ ਹਰ 500 ਇਫ ਯੂ ਪਲੀਜ਼, ਕਿ ਮੈਂ 50 ਦੇ ਬਦਲੇ ਆਪਣੀ ਬੇਟੀ ਨੂੰ 500 ਉਜੜੇ ਹੋਏ ਪਿੰਡ ਦੇਵਾਂਗਾ ਜੇ ਤੈਨੂੰ ਖੁਸ਼ੀ ਮਿਲਦੀ ਹੈ। God grant a long life to ਸੁਲਤਾਨ ਮਹਿਮੂਦ, ਪਰਮਾਤਮਾ ਸੁਲਤਾਨ ਮਹਿਮੂਦ ਨੂੰ ਲੰਬੀ ਉਮਰ ਬਖਸ਼ੇ, whilst his reigns over us, ਕਿ ਜਦੋਂ ਤੋਂ ਉਹ ਸਾਡੇ ਉੱਤੇ ਰਾਜ ਕਰ ਰਿਹਾ ਹੈ, we shall never want ruined villages, ਤਾਂ ਸਾਨੂੰ ਕਦੀ ਵੀ ਉਜੜੇ ਹੋਏ ਪਿੰਡਾਂ ਦੀ ਘਾਟ ਮਹਿਸੂਸ ਨਹੀਂ ਹੋਈ। ਸਾਨੂੰ ਕਦੀ ਇਹ ਨਹੀਂ ਮਹਿਸੂਸ ਹੋਇਆ ਕਿ ਸਾਨੂੰ ਪਿੰਡ ਚਾਹੀਦੇ ਹਨ, ਸਾਨੂੰ ਉਹ ਪਿੰਡ ਆਪਣੇ ਆਪ ਹੀ ਮਿਲਦੇ ਗਏ। The story says the Sultan was so touched with the fable, ਤਾਂ ਸਟੋਰੀ ਦੱਸਦੀ ਹੈ ਕਿ ਸੁਲਤਾਨ ਇਸ ਪੌਰਾਣਿਕ ਇਸ ਦੰਤ ਕਥਾ ਦੇ ਭਾਵ ਦੇ ਨਾਲ ਬਹੁਤ ਭਿੱਜ ਗਿਆ। ਇਸ ਕਥਾ ਨੇ ਉਸ ਨੂੰ ਬਹੁਤ ਛੂ ਲਿਆ that he rebuilt the towns and villages which had been destroyed, ਕਿ ਉਸ ਦੁਆਰਾ ਜਿਹੜੇ ਵਿਲੇਜ ਅਤੇ ਟਾਊਨ ਡਿਸਟਰੋਏ ਕਰ ਦਿੱਤੇ ਗਏ ਸਨ ਉਸ ਨੂੰ ਉਸਨੇ ਰੀਬਿਲਡ ਕੀਤਾ, ਉਸ ਦਾ ਪੁਨਰ ਨਿਰਮਾਣ ਕੀਤਾ। ਐਂਡ ਫਰੋਮ that time onward always worked for the good of his people, ਅਤੇ ਉਸ ਸਮੇਂ ਤੋਂ ਬਾਅਦ ਉਸਨੇ ਆਪਣੇ ਲੋਕਾਂ ਦੇ ਭਲੇ ਲਈ ਹੀ ਹਮੇਸ਼ਾ ਕੰਮ ਕੀਤਾ। ਸੋ ਜਾਂਦੇ ਜਾਂਦੇ ਇੱਕ ਮਿੰਨੀ ਕਹਾਣੀ ਇਸੇ ਹੀ ਟੌਪਿਕ ਨੂੰ ਹੋਰ ਪੈਰਾਫਰੇਜ਼ ਕਰਦੀ ਮੈਂ ਨਾਲ ਜੋੜਨਾ ਚਾਹਾਂਗਾ ਕਿ ਇੱਕ ਵਾਰ ਇੱਕ ਵਿਅਕਤੀ ਅਤੇ ਉਸ ਦੀ ਵਾਈਫ ਇੱਕ ਲਿਫਟ ਵਿੱਚ 25ਵੇਂ ਫਲੋਰ ਤੇ ਜਾ ਰਹੇ ਸੀ ਕਿ 10ਵੇਂ ਫਲੋਰ ਤੋਂ ਇੱਕ ਹੋਰ ਲੜਕੀ ਉਸ ਲਿਫਟ ਦੇ ਵਿੱਚ ਆ ਗਈ। ਹੁਣ ਜਿਹੜਾ ਹਸਬੈਂਡ ਸੀ ਉਸ ਲੜਕੀ ਵੱਲ ਲਗਾਤਾਰ ਦੇਖਣ ਲੱਗ ਪਿਆ। ਵਾਈਫ ਨੂੰ ਬਹੁਤ ਗੁੱਸਾ ਆਇਆ। ਉਸਨੇ ਕੀ ਕੀਤਾ, ਉਸ ਲੜਕੀ ਦੀ ਗੁੱਤ ਨੂੰ ਖਿੱਚ ਦਿੱਤਾ, ਤੇ ਜਦੋਂ ਲੜਕੀ ਨੇ ਇੱਕਦਮ ਪਿੱਛੇ ਦੇਖਿਆ ਤੇ ਉਸਨੇ ਉਹਦੇ ਹਸਬੈਂਡ ਨੂੰ ਖਿੱਚ ਕੇ ਚਾਂਟਾ ਲਗਾਤਾ ਤੇ ਬੜਾ ਬੋਲੀ ਕਿ ਆ ਉਮਰ ਵਾਈਫ ਤੇਰੀ ਨਾਲ ਹੈ ਤੇ ਤੂੰ ਇਸ ਤਰ੍ਹਾਂ ਕੰਮ ਕਰਦਾ। ਤੇ ਉਹਨੂੰ ਬੜਾ ਬੁਰਾ ਲੱਗਿਆ। ਇਸ ਤੋਂ ਪਹਿਲਾਂ ਕਿ ਉਹ ਬੰਦਾ ਕੋਈ ਸਫਾਈ ਦੇ ਪਾਉਂਦਾ, ਲੜਕੀ ਦਾ ਫਲੋਰ ਆ ਗਿਆ ਸੀ ਤੇ ਉਹ ਲੜਕੀ ਲਿਫਟ ਤੋਂ ਬਾਹਰ ਗੁੱਸੇ ਵਿੱਚ ਨਿਕਲ ਗਈ। ਹੁਣ ਉਹ ਹਸਬੈਂਡ ਵਿਚਾਰਾ ਕਹਿ ਰਿਹਾ ਕਿ ਮੈਨੂੰ ਰੱਬ ਦੀ ਸਹੁੰ ਮੈਂ ਉਹਦੀ ਗੁੱਤ ਨਹੀਂ ਖਿੱਚੀ। ਤੇ ਉਹਦੀ ਵਾਈਫ ਕਹਿੰਦੀ ਹਾਂ ਮੈਨੂੰ ਪਤਾ ਮੈਂ ਖਿੱਚੀ ਸੀ। ਹਸਬੈਂਡ ਬੜਾ ਹੈਰਾਨ ਹੋ ਜਾਂਦਾ, ਕਹਿੰਦਾ ਤੂੰ ਕਿਉਂ ਖਿੱਚੀ ਉਹਦੀ ਗੁੱਤ? ਤੇ ਉਹ ਕਹਿੰਦੀ ਜਦੋਂ ਉਹ ਕੁੜੀ ਇਸ ਲਿਫਟ 'ਚ ਆਈ ਤੂੰ ਇਸ ਤਰ੍ਹਾਂ ਉਹਨੂੰ ਦੇਖ ਰਿਹਾ ਸੀ, ਮੈਨੂੰ ਇੰਨਾ ਗੁੱਸਾ ਆਇਆ, ਜੀ ਕਰਦਾ ਸੀ ਮੈਂ ਤੇਰੇ ਖਿੱਚ ਕੇ ਇੱਕ ਚਪੇੜ ਲਾਵਾਂ। ਹਸਬੈਂਡ ਕਹਿੰਦਾ ਫਿਰ ਤੂੰ ਲਾ ਦਿੰਦੀ। ਵਾਈਫ ਕਹਿੰਦੀ ਥਰਡ ਮੈਨ ਅਪਰੋਚ, ਭਾਵ ਮੈਂ ਜੇ ਤੇਰੇ ਚਪੇੜ ਲਾਂਦੀ ਸ਼ਾਇਦ ਤੈਨੂੰ ਓਨੀ ਗੱਲ ਚੰਗੇ ਤਰੀਕੇ ਨਾਲ ਨਹੀਂ ਸਮਝ ਆਣੀ ਸੀ। ਹੁਣ ਕਿਉਂਕਿ ਚਪੇੜ ਉਹਨੇ ਲਾਈ ਹੈ, ਤੀਜੇ ਬੰਦੇ ਨੇ, ਹੁਣ ਤੈਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏਗੀ। ਸੋ ਇਹ ਦੰਤ ਕਥਾਵਾਂ, ਇਹ ਫੇਬਲਸ,
ਇਹ ਵੀ ਸਾਨੂੰ ਥਰਡ ਮੈਨ ਅਪਰੋਚ ਵਾਂਗੂ ਹੀ ਸਮਝਾਉਂਦੀਆਂ ਹਨ। ਆਪਾਂ ਕਿਸੇ ਨੂੰ ਸਮਝਾਉਣਾ ਹੋਵੇ ਉਹਨੂੰ ਇੱਕ ਬੁੱਕ ਦੇ ਦਿਓ, ਉਹਨੂੰ ਕਹੋ ਕਿ ਇਹ ਬੁੱਕ ਪੜ੍ਹ। ਕਿਸੇ ਨੂੰ ਸਮਝਾਉਣਾ ਹੋਵੇ ਉਹਨੂੰ ਕਹੋ ਕਿ ਆਹ ਕਹਾਣੀ ਪੜ੍ਹ, ਠੀਕ ਹੈ, ਬਜਾਏ ਕਿ ਆਪ ਉਹਨੂੰ ਕਹਿਣ ਦੇ। ਸੋ ਇਸ ਤਰ੍ਹਾਂ ਤੁਸੀਂ ਕੋਈ ਵੀ ਵੀਡੀਓ ਵੀ ਵਰਤ ਸਕਦੇ ਹੋ, ਇਹਨਾਂ ਵੀਡੀਓਜ਼ ਨੂੰ ਵੀ ਕਿਸੇ ਨੂੰ ਪੜ੍ਹਾਉਣ ਲਈ ਭੇਜ ਸਕਦੇ ਹੋ। ਸੋ ਕਿਸੇ ਨੂੰ ਵੀ ਦੀਵਾਲੀ ਗਿਫਟ ਕਰਨਾ ਹੋਵੇ, ਸੋ ਇਹ ਐਜੂਕੇਸ਼ਨਲ ਵੀਡੀਓਜ਼ ਦਾ ਗਿਫਟ ਬਣਾ ਕੇ ਤੁਸੀਂ ਉਹਨੂੰ ਪ੍ਰੈਜ਼ੈਂਟ ਦੇ ਸਕਦੇ ਹੋ। ਸੋ ਮੈਨੂੰ ਬਹੁਤ ਮਜ਼ਾ ਆਇਆ ਇਹ ਚੈਪਟਰ ਪੜ੍ਹ ਕੇ, ਅਤੇ ਮੈਂ ਆਸ ਕਰਦਾ ਹਾਂ ਕਿ ਓਨਾ ਹੀ ਮਜ਼ਾ ਤੁਹਾਨੂੰ ਵੀ ਜ਼ਰੂਰ ਆਇਆ ਹੋਵੇਗਾ ਮੇਰੇ ਨਾਲ ਇਹ ਚੈਪਟਰ ਪੜ੍ਹ ਕੇ। ਥੈਂਕ ਯੂ ਵੈਰੀ ਮਚ। ਸੀ ਯੂ ਇਨ ਦ ਨੈਕਸਟ ਵੀਡੀਓ।